हाँ जी स्टूडेंट्स, वेलकम इन दिस वीडियो। सतनाम सिंह दिस साइड, ਤੁਹਾਡਾ ਦੋਸਤ ਅਤੇ ਤੁਹਾਡਾ ਅਧਿਆਪਕ। ਸੋ ਬੇਟਾ, ਤੁਹਾਡੀ ਡਿਮਾਂਡ ਦੇ ਉੱਤੇ ਬਹੁਤ ਸਾਰੇ ਬੱਚੇ ਸੀ ਜਿਨ੍ਹਾਂ ਨੇ ਕਿਹਾ ਕਿ ਸੈਂਪਲ ਪੇਪਰ ਜਿਹੜਾ ਹੈ ਉਹਦੇ 'ਚ ਕੁਝ ਕਨਫਿਊਜ਼ਨ ਨੇ, ਉਸ ਨੂੰ ਜਿਹੜਾ ਸੋਲਵ ਕੀਤਾ ਜਾਵੇ। ਸੋ ਇਸ ਕਰਕੇ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਸੈਂਪਲ ਪੇਪਰ ਜਿਹੜਾ ਹੈ, ਸੈਂਪਲ ਪੇਪਰ ਭਾਵ ਨਮੂਨੇ ਦਾ ਪ੍ਰਸ਼ਨ ਪੱਤਰ ਟਰਮ 1 ਦੇ ਵਿੱਚ ਜਿਹੜਾ ਹੈ ਤੁਹਾਡਾ CBSE ਦੁਆਰਾ ਕਿਸ ਤਰੀਕੇ ਦਾ ਪੇਪਰ ਆਵੇਗਾ, ਕਿਸ ਤਰੀਕੇ ਦੇ ਸੈਂਪਲ ਦੇ ਪ੍ਰਸ਼ਨ ਆਉਣਗੇ, ਉਹ ਆਪਾਂ ਲੈ ਕੇ ਆਏ ਹਾਂ। ਵਿਦਿਆਰਥੀਓ, ਕੋਡ ਜਿਹੜਾ ਹੈਗਾ ਤੁਹਾਡਾ ਪੰਜਾਬੀ ਦਾ 10ਵੀਂ ਭਾਸ਼ਾ ਦਾ ਉਹ ਹੈ 004। 90 ਮਿੰਟ ਦਾ ਸਮਾਂ ਮਿਲੇਗਾ ਤੁਹਾਨੂੰ, ਜਿਸ ਦੇ 40 ਅੰਕ ਹੋਣਗੇ। ਆਮ ਨਿਰਦੇਸ਼ ਇਹ ਹੈ ਕਿ ਸਾਰੇ ਪ੍ਰਸ਼ਨ ਲਾਜ਼ਮੀ ਨੇ। ਚੋਣ ਵੀ ਪ੍ਰਸ਼ਨਾਂ 'ਚ ਦਿੱਤੀ ਹੈ, ਭਾਵ ਚੁਆਇਸ ਦਿੱਤੀ ਹੋਏਗੀ। ਜਿਵੇਂ 6 ਪ੍ਰਸ਼ਨ ਦਿੱਤੇ ਆ, ਉਸ ਚੋਂ 5 ਕਰਨੇ ਨੇ, ਠੀਕ ਹੈ। ਸਾਰੇ ਪ੍ਰਸ਼ਨ ਜਿਹੜੇ ਬਹੁ ਵਿਕਲਪੀ ਭਾਵ MCQs ਹੋਣਗੇ। ਹਰ ਪ੍ਰਸ਼ਨ ਦੇ ਅੰਕ ਬਰਾਬਰ ਹੋਣਗੇ, ਤੋ ਉਸ ਨੂੰ OMR ਸ਼ੀਟ ਦੇ ਉੱਤੇ ਅੱਛੇ ਤਰੀਕੇ ਦੇ ਨਾਲ ਦਰਜ ਕੀਤਾ ਜਾਵੇ। ਇਹ ਨਹੀਂ ਹੈਗਾ ਕਿ ਤੁਸੀਂ OMR ਸ਼ੀਟ ਦੇ ਉੱਤੇ ਜਿਹੜਾ ਸਰਕਲ ਹੁੰਦਾ ਉਸ ਨੂੰ ਟਿਕ ਕਰੋਗੇ ਜਾਂ ਕ੍ਰਾਸ ਕਰੋਗੇ, ਨਹੀਂ, ਉਸ ਨੂੰ ਅੱਛੇ ਤਰੀਕੇ ਦੇ ਨਾਲ ਡਾਰਕ ਕਰਨਾ ਹੈ। ਸੋ ਪਹਿਲਾਂ, ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਅਧੂਰਾ ਕੰਮ ਨਹੀਂ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਵੀਡੀਓ ਨੂੰ ਸ਼ੇਅਰ ਕਰੋ ਅਤੇ ਕਮੈਂਟ ਜ਼ਰੂਰ ਕਰਨਾ। ਵਿਦਿਆਰਥੀਓ, ਪੈਰਾਗ੍ਰਾਫ ਹੈ ਪਹਿਲਾ ਤੁਹਾਡਾ। ਪੈਰਾਗ੍ਰਾਫ ਨੂੰ ਪੜ੍ਹਨ ਤੋਂ ਬਾਅਦ ਇੱਕ ਵਾਰੀ ਪੜ੍ਹੋ, 2 ਵਾਰੀ ਪੜ੍ਹੋ, ਚਾਹੇ 3 ਵਾਰ ਪੜ੍ਹੋ ਬੇਟਾ। ਜੋ ਆਨਸਰ ਦੇਣੇ ਨੇ ਪੈਰਾਗ੍ਰਾਫ ਦੇ ਅਕੋਰਡਿੰਗਲੀ ਦੇਣੇ, ਆਪਣੇ ਕੋਲੋਂ ਕੁਝ ਵੀ ਐਡ ਨਹੀਂ ਕਰਨਾ। ਤੁਹਾਨੂੰ ਜਿਹੜੀ ਅਨਸੀਨ ਪੈਸੇਜ ਦਿੱਤਾ ਹੋਇਆ, ਗਿਵਨ ਪੈਸੇਜ ਹੈ, ਉਹਦੇ ਅਕੋਰਡਿੰਗਲੀ ਹੀ ਆਨਸਰ ਦੇਣੇ ਨੇ। ਸੋ ਪਹਿਲਾ ਆਪਾਂ ਪੜ੍ਹਦੇ ਹਾਂ। ਕਰੋਨਾ ਨਾਮਕ ਅਲਾਮਤ ਨੇ 2019 ਤੋਂ ਬਾਅਦ ਪੂਰੇ ਵਿਸ਼ਵ ਨੂੰ ਤਬਾਹੀ ਦੀ ਕਗਾਰ ਤੇ ਲਿਆ ਖੜਾ ਕੀਤਾ। ਅਲਾਮਤ ਮਤਲਬ ਲੱਛਣ ਜਾਂ ਬਿਮਾਰੀ। ਤਬਾਹੀ ਦੇ ਕੰਢੇ ਦੇ ਉੱਤੇ ਖੜਾ ਕਰਤਾ ਕੰਗਾਰ। ਨਾਮੁਰਾਦ ਦਾ ਮਤਲਬ ਬੇਟਾ ਕਿ ਨਾ, ਜੇਕਰ ਆਪਾਂ ਗੱਲ ਕਰੀਏ, ਨਾਮੁਰਾਦ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਹੜਾ ਆਪਾਂ ਕਹਿ ਸਕਦੇ ਹਾਂ ਬੇਭਾਗਾ, ਬਦਨਸੀਬ, ਜਿਹਨੂੰ ਆਪਾਂ ਅਸਵੀਕਾਰ ਨਾ ਕੀਤਾ ਜਾਵੇ, ਜਿਹਦੀ ਮੁਰਾਦ ਹੀ ਨਾ ਹੋਵੇ, ਸਾਡੀ ਡਿਜ਼ਾਇਰ ਹੀ ਨਾ ਹੋਵੇ, ਠੀਕ ਹੈ। ਇਸ ਨਾਮੁਰਾਦ ਬਿਮਾਰੀ ਨੇ ਲੋਕਾਂ ਨੂੰ ਬਹੁਤ ਹੀ ਖੌਫਨਾਕ ਝੰਜਟ ਵਿੱਚ ਫਸਾਇਆ ਹੈ। ਭਾਰਤੀ ਦੇ ਲੋਕ ਪਹਿਲੀ ਵਾਰ ਅਜਿਹੀ ਨਿਰਭਰ ਮਾਨਸਿਕਤਾ ਦੇ ਸ਼ਿਕਾਰ ਹੋਏ ਹਨ ਕਿ ਜੇ ਉਹ ਕੁਝ ਵੀ ਸੋਚਦੇ ਸੀ ਜਾਂ ਫੈਸਲਾ ਵੀ ਲੈਂਦੇ ਸੀ ਤਾਂ ਉਹ ਆਪ ਹੀ ਉਸਦੇ ਸ਼ੰਕੇ ਕਰਨ, ਭਾਵ ਉਹਦੇ ਉੱਤੇ ਨਾ ਡਾਊਟ ਕਰਨ ਲੱਗ ਜਾਂਦੇ ਸੀ। ਕਰੋਨਾ ਅਲਾਮਤ ਨੇ ਸਿਹਤਮੰਦ ਸੰਸਾਰ ਦੇ ਸੰਕਲਪ ਅਤੇ ਦੇਸ਼ਾਂ ਦੀ ਆਰਥਿਕਤਾ ਨੂੰ ਡੂੰਘੀ ਸੱਟ ਨਹੀਂ ਮਾਰੀ, ਸਗੋਂ ਸਾਡੇ ਸਮਾਜਿਕ, ਸੱਭਿਆਚਾਰਕ, ਤਾਣੇ ਬਾਣੇ, ਸੰਗਠਨ, ਵਿਦਿਅਕ ਢਾਂਚੇ ਦੇ ਤੇ ਤੰਦਰੁਸਤ ਮਾਨਸਿਕਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਵ ਹਰ ਇੱਕ ਚੀਜ਼ ਨੂੰ ਜਿਹੜਾ ਹੈਗਾ ਇਫੈਕਟ ਕੀਤਾ ਇਸਨੇ। ਕਰੋਨਾ ਕਾਲ ਦੇ ਲਾਕਡਾਊਨ ਦੇ ਵਕਫੇ ਮਤਲਬ ਜਿਹੜਾ ਸਮਾਂ ਹੁੰਦਾ ਹੈ, ਸਮੇਂ ਭਾਰਤ ਦੇ ਲੋਕਾਂ ਦੀ ਮਜ਼ਬੂਤ ਮਾਨਸਿਕਤਾ ਦੀ ਨੀਂਹ ਹਿੱਲ ਗਈ। ਮਜ਼ਬੂਤ ਸਾਡੀ ਮਾਨਸਿਕਤਾ ਸੀ ਨਾ ਸਾਡੇ, ਹੈ ਨਾ, ਉਹ ਵੀ ਹਿੱਲ ਗਈ। ਮੈਂਟਲੀ ਤੌਰ ਤੇ ਵੀ ਆਪਾਂ ਜਿਹੜਾ ਹੈਗਾ ਥੋੜ੍ਹੇ ਜਿਹੇ ਡਿਸਟਰਬ ਹੋ ਗਏ। ਘਰਾਂ ਅੰਦਰ ਡੱਕੇ ਹੋਏ ਭਾਰਤੀ ਲੋਕ, ਖਾਸ ਕਰ ਸ਼ਹਿਰੀ, ਕਿਉਂਕਿ ਪਿੰਡਾਂ ਵਿੱਚ ਮਾਹੌਲ ਫਿਰ ਵੀ ਬੇਟਾ ਸਹੀ ਸੀ, ਕਿਉਂਕਿ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਿ ਉੱਥੇ ਥੋੜ੍ਹੀ ਬਹੁਤ ਢਿੱਲ ਸੀ। ਰੀਜ਼ਨ ਬਿਹਾਈਂਡ, ਕਿਉਂਕਿ ਉੱਧਰ ਖੁੱਲੀਆਂ ਜਗ੍ਹਾ ਨੇ, ਖੇਤ ਨੇ, ਖਲਿਆਣ ਨੇ, ਹੈ ਨਾ, ਵੱਡੀਆਂ ਵੱਡੀਆਂ ਹਰ ਜਗ੍ਹਾ ਦੇ ਉੱਤੇ, ਜਿਸ ਕਰਕੇ ਲੋਕ ਉੱਥੇ ਘੁੰਮ ਫਿਰ ਸਕਦੇ ਸੀ। ਸ਼ਹਿਰਾਂ ਦੇ ਵਿੱਚ ਕੰਜਸਟਡ ਏਰੀਆਜ਼ ਦੇ ਕਰਕੇ ਜ਼ਿਆਦਾ ਕੇਸਿਸ ਵੀ ਸੀਗੇ ਅਤੇ ਉਹਨਾਂ ਨੂੰ ਲਾਕਡਾਊਨ ਦੇ ਵਿੱਚ ਜ਼ਿਆਦਾ ਢਿੱਲ ਵੀ ਨਹੀਂ ਦਿੱਤੀ ਗਈ ਸੀ। ਸੋ ਘਰਾਂ ਅੰਦਰ ਡੱਕੇ ਹੋਏ ਭਾਰਤੀ ਲੋਕ, ਖਾਸ ਕਰ ਸ਼ਹਿਰੀ, ਕਿਉਂਕਿ ਪਿੰਡਾਂ ਵਿੱਚ ਤਾਂ ਫਿਰ ਵੀ ਮਾਹੌਲ ਖੁੱਲ੍ਹਦਾ ਮਾਹੌਲ ਸੀ, ਅਜੀਬ ਜਿਹੀ ਮਾਨਸਿਕਤਾ ਦੇ ਸ਼ਿਕਾਰ ਹੋਣ ਲੱਗ ਪਏ। ਕਰੋਨਾ ਕਾਲ ਦੇ ਸ਼ੁਰੂ ਦੇ ਸਮੇਂ ਦੌਰਾਨ ਹਸਪਤਾਲ, ਡਿਸਪੈਂਸਰੀਆਂ ਆਦਿ ਦੂਜੀਆਂ ਹੋਰ ਬਿਮਾਰੀਆਂ ਲਈ ਭਾਵੇਂ ਬੰਦ ਰਹੇ, ਪਰ ਹੈਰਾਨੀ ਦੀ ਗੱਲ ਇੱਕ ਸੀ ਕਿ ਲੋਕ ਬਿਮਾਰ ਵੀ ਘੱਟ ਹੋਏ। ਪਤਾ ਹੈ ਨਾ, ਜਦੋਂ ਕਰੋਨਾ ਦੇ ਵਿੱਚ ਲੋਕ ਬਿਮਾਰ ਵੀ ਬਹੁਤ ਘੱਟ ਹੋਏ। ਕਿਸੇ ਨੂੰ ਛਿੱਕ ਵੀ ਆਉਂਦੀ ਸੀ, ਖੰਘ ਵੀ ਆਉਂਦੀ ਸੀ ਨਾ, ਅਗਲਾ ਕਹਿੰਦਾ ਸੁਣਾਣ ਦੇ ਭਰਾਵਾ, ਚੱਕ ਕੇ ਨਾ ਲੈ ਜਾਵੇ। ਸੋ ਦਿਸ ਇਜ਼ ਨਾਟ ਪਾਰਟ ਆਫ ਜੋਕਿੰਗ ਬੇਟਾ। ਜੇਕਰ ਆਪਾਂ ਗੱਲ ਕਰੀਏ ਤਾਂ ਲੋਕਾਂ 'ਚ ਵਾਕਈ ਹੀ ਬਿਮਾਰੀਆਂ ਬਹੁਤ ਘੱਟ ਹੋਈਆਂ, ਕਿਉਂਕਿ ਲੋਕ ਘਰ ਰਹਿੰਦੇ ਸੀ, ਸੈਨੀਟਾਈਜ਼ ਕਰਦੇ ਸੀ, ਮਾਸਕ ਲਗਾਉਂਦੇ ਸੀ, ਬਹੁਤ ਧਿਆਨ ਰੱਖਦੇ ਸੀ। ਸੋ ਨਿੱਕੀਆਂ ਨਿੱਕੀਆਂ ਬਿਮਾਰੀਆਂ ਲਈ ਡਾਕਟਰ ਜਾਂ ਹਸਪਤਾਲਾਂ ਦੇ ਰੁੱਖ ਕਰਨ ਵਾਲੇ ਲੋਕਾਂ ਦੀ ਕਰੋਨਾ ਦੀ ਦਹਿਸ਼ਤ ਵਿੱਚ ਬਿਮਾਰੀ ਉੱਪਰ ਹੀ ਨਾ ਸਕੀ। ਭਾਵ ਕਰੋਨਾ ਦੀ ਡਰ ਕਰਕੇ ਕਹਿੰਦੇ ਜਿਹੜੀ ਛੋਟੀਆਂ ਮੋਟੀਆਂ ਬਿਮਾਰੀਆਂ ਸੀ ਨਾ, ਉਹ ਉੱਪਰ ਨਹੀਂ ਉੱਠੀਆਂ। ਹਰ ਬੰਦਾ ਅੰਦਰੋਂ ਅੰਦਰੀ ਤੰਦਰੁਸਤੀ ਤੁਹਾਨੂੰ ਕਰਦਾ ਸੀ, ਮੈਂ ਤਾਂ ਬਿਲਕੁਲ ਚੰਗਾ ਭਲਾ ਹਾਂ, ਠੀਕ ਹੈ। ਸੋ ਕੁਐਸਚਨ ਦੇਖਦੇ ਹਾਂ। ਪਹਿਲਾ ਹੈ, 2019 ਤੋਂ ਬਾਅਦ ਪੂਰੇ ਵਿਸ਼ਵ ਨੂੰ ਕਿਸ ਅਲਾਮਤ ਦੀ ਨੇ ਤਬਾਹੀ ਦੀ ਕਗਾਰ ਤੇ ਲਿਆ ਖੜਾ ਕੀਤਾ? ਪ੍ਰਦੂਸ਼ਣ, ਪੋਲੀਓ, ਕਰੋਨਾ? ਵੈਰੀ ਸਿੰਪਲ, ਕਰੋਨਾ। ਆਨਸਰ ਇਜ਼ ਕਰੋਨਾ। ਕਰੋਨਾ ਅਲਾਮਤ ਨੇ ਕਿਸ ਸੰਕਲਪ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ? ਖੌਫਨਾਕ ਝੰਜਟ, ਸਿਹਤਮੰਦ ਸੰਸਾਰ, ਸ਼ੰਕੇ ਦੀ, ਸ਼ਹਿਰੀ ਮਾਨਸਿਕਤਾ। ਬੇਟਾ ਆਨਸਰ ਆਏਗਾ ਸਿਹਤਮੰਦ ਸੰਸਾਰ ਦੀ ਜਿਹੜੀ ਸਾਡੀ ਮਾਨਸਿਕਤਾ ਸੀ ਉਹ ਪ੍ਰਭਾਵਿਤ ਕੀਤੀ ਸੀ। ਆਹ ਦੇਖੋ ਇੱਥੇ ਹੈ, ਆਹ ਲਓ, ਜਿਹੜੀ ਸਿਹਤਮੰਦ ਸੰਸਾਰ ਦੀ ਮਾਨਸਿਕਤਾ ਸੀ ਨਾ ਸਾਡੀ, ਤੰਦਰੁਸਤ ਮਾਨਸਿਕਤਾ, ਆਹ ਦੇਖੋ, ਉਹਨੂੰ ਵੀ ਪ੍ਰਭਾਵਿਤ ਕਰ ਦਿੱਤਾ ਸੀ। ਸੋ ਆਨਸਰ ਕਿਸ ਚੀਜ਼ ਨੂੰ ਪ੍ਰਭਾਵਿਤ ਕੀਤਾ? ਸਿਹਤਮੰਦ ਸੰਸਾਰ ਦੀ। ਲਾਕਡਾਊਨ ਦੇ ਦੌਰਾਨ
ਸਮੇਂ ਦੌਰਾਨ ਭਾਰਤੀ ਲੋਕਾਂ ਦੀ ਕਿਹੜੀ ਚੀਜ਼ ਦੀ ਨੀਂਹ ਹਿੱਲ ਗਈ ਸੀ? दैट इज मजबूत मानसिकता दी। किहड़ा सी? मजबूत मानसिकता दी। आ देखो जी, तंदुरुस्त मानसिकता या मजबूत मानसिकता, ये आ लो, दिस इज आंसर। सो नैक्सट, लॉकडाउन के दौरान कित्थे कित्थे थोड़ी बहुत ढिल सी बेटा? पिंडां दे विच। रीजन तुहानूं मैं दस चुकिया हूं। करोना काल के शुरू के समय दौरान हस्पताल ते डिस्पैंसरियां करोना नूं छड्ड के किस लई बंद रहे? दूजियां होर बीमारियां जिहड़ियां सीगियां उन्हां दे लई ओह बंद सी। निक्की निक्की बीमारी लई डॉक्टर या हस्पताल का रुख करने वाले लोगों नूं किहड़ी दहशत सी? किस दी दहशत करके बीमारी नहीं उठी उन्हां दी? बेटा वो सी करोना दी। करोना की दहशत करके उन्हां दी छोटी मोटी जिहड़ी बीमारी सी वो भी नहीं उठ सकी। विद्यार्थियों हम दूसरा पैराग्राफ देखते हैं। ध्यान इस चीज़ का देखना कि जो भी असीं पैराग्राफ का अनसीन पैसेज के प्रश्न करांगे तो मैं एक सौखा जिहा तरीका तुहानूं ये दसांगा कि बेटा सबसे सिंपल तरीका यह है कि तुसीं पैराग्राफ पढ़न तो पहला एक बार प्रश्न के उत्ते झात जरूर मार लेना। समझ गए मेरी गल? सौखा तरीका, एक बार प्रश्न जरूर देख लेना 5-6, उस तो बाद जो तुसीं पैरा पढ़ोगे आसानी के नाल तुहानूं जिहड़ा हैगे उहदे आंसर मिल जाएंगे। सो कुदरती खेती तो आरंभ होके अजोकी मशीनी खेती तक पहुंचने के वक्फे दौरान खेती ने बहुत सारे उतार चढ़ाव, भाव अप्स एंड डाउन जिहड़े देखे है। मनुखी सभ्याचार के विकास विच खेती दूजा महत्वपूर्ण पड़ाव है। पड़ाव मतलब स्टेज हैगी है जिथे मनुख की टैरीटोरीएलिटी भाव खेत्रीयता, ठीक है, जिहड़ा एरिया वाइज आप गल करिए बदलती रही है। ठीक है, संसार विच खेती व्यवस्था कदों किस खित्ते विच ते किवें शुरू हुई? सवाल विद्वानां दे लई सदा ही दिलचस्पी का विषय रहा। भाव खेती कदों शुरू हुई, कित्थे शुरू हुई, किवें शुरू हुई? कंद मूल अते जंगली जानवरों के कच्चे मांस के सहारे। कंद मूल होंदे बेटा एक तरह के बूटे होंदे ने, ठीक है, जिहड़े जमीन दे विच होंदे ने, 3-4 फुट का होंदा। कंद मूल जंगली जानवरों के कच्चे मांस ਦੇ सहारे अपनी जिंदगी का सफ़र शुरू करके अज दे इस अति आधुनिक जमाने में पहुंचने वाले मनुख के पिछोकड़ विच एक लंबा इतिहास कार्यशील रहा है। खेती खेत्र विच होईयां तब्दीलियां ते समां काल विद्वानां लई वाद विवाद का विषय बनया रहा है, डिबेट का विषय बनया रहा है, क्योंकि इन्हां तब्दीलियां बारे बहुत घट इतिहासिक जानकारी मिलती है। हुण तक प्राप्त वेरविਆਂ अनुसार पंजाब की सभ्यता संसार दीआं प्राचीन ते उन्नत सभ्यताओं नालों प्राचीन ते उन्नत सभ्यता विचों एक है। प्राचीन मतलब जिहड़ी एंशिएंट है, पुरानी है, पुरातन है। भारत विच सब तो पहला पंजाब के पहाड़ी इलाकों विचले विकास काल विच खेती लोगों का प्रमुख किता सी। वैदिक काल भाव जदों वेद रचे गए, वैदिक काल तक पहुँचते पहुँचते खेती काफ़ी उन्नत हो गई। इसे तरह हर्षवर्धन काल, गुप्त काल, मुगल काल, सिख काल, राजकाल, अंग्रेजी शासन काल दौरान पंजाब की खेती ने बहुत सारे अप्स एंड डाउन देखे। आम तौर पर बहुते मानव विज्ञानी खेती की उत्पत्ति नूं इस्त्री दे नाल जोड़ते हैं। किहदे नाल? इस्त्री दे नाल। भारती पुरातत्व विभाग, बेटा जिहड़ा पुरातत्व विभाग हुंदा वो आर्कियोलॉजिकल जिहड़ा हुंदा वा जिवें जिहड़े खोज करते हुंदे ने, हड़प्पा महनजोदड़ो है ना, उन्होंने खोज की, उन्होंने चीज़ां लभियां, उन्होंने पुरातत्व विभाग कहा जाता है। जे सर्वेखण, सर्वेखण मतलब सर्वे अनुसार कश्मीर विच नव पत्थर युग विच खेती होने के सबूत मिले ने। सो प्रश्न पहला, मनुखी सभ्यता के विकास विच दूसरा महत्वपूर्ण पड़ाव किहड़ा है? सो आंसर इज खेती। आ लो देख लो, महत्वपूर्ण पड़ाव खेती है। नैक्सट, खेती खेत्र विच होईयां डैश विद्वानां लई वाद विवाद दा, ਉਹ ਸੀ बेटा तब्दीलियां ते समां काल। आंसर इज तब्दीलियां ते समां काल। हुण तक प्राप्त वेरविਆਂ अनुसार पंजाब की सभ्यता संसार दीआं किहो जिहियां सभ्यतावां विचों है? प्राचीन अते उन्नत। पहले ही दस्सिया एंशिएंट जिहड़ी हैगी आ प्राचीन है, पुरातन है, अते उन्नत मतलब जिहड़ी हैगी आ डिवेलप हो रही है, डिवेलप्ड है, अगांह वधू है। नैक्सट है कुदरती खेती तो आरंभ हो गए अजोके मशीनी युग तक पहुंचने के वक्फे दौरान खेती ने बहुत सारे की वेखे? बेटा अप्स एंड डाउन देखे। आंसर इज उतार चढ़ाव। आम तौर पर बहुते मानव विज्ञानी खेती की उत्पत्ति को किस नाल जोड़ते हैं? इस्त्री दे नाल। आंसर डिस्कस उपर कीता सी आपां। भारतीय पुरातत्व आर्कियोलॉजिकल जिहड़े हैगे ने
ਵਿਭਾਗ ਦੇ ਸਰਵੇਖਣ ਭਾਵ ਸਰਵੇ ਦੇ ਅਨੁਸਾਰ ਕਸ਼ਮੀਰ ਵਿੱਚ ਕਿਹੜੇ ਯੁੱਗ ਵਿੱਚ ਖੇਤੀ ਹੋਣ ਦੇ ਸਬੂਤ ਮਿਲਦੇ ਨੇ? ਦੈਟ ਇਜ਼ ਨਵ ਪੱਥਰ ਯੁੱਗ। ਕਿਹੜਾ? ਨਵ ਪੱਥਰ। ਹੁਣ ਆ ਗਿਆ ਜੀ ਤੁਹਾਡਾ ਜਿਹੜਾ ਪ੍ਰਸ਼ਨ ਹੋਣਗੇ ਉਹ ਹੋਣਗੇ ਅਨਸੀਨ ਜਿਹੜੀ ਕਾਵ ਟੁਕੜੀ ਹੈ। ਹਰ ਮੋੜ ਚਲਦੀ ਕੁल्हाड़ी ਕਿੰਨੀ ਚੰਗੀ ਲੱਗਦੀ? ਕੁल्हाड़ी ਬੇਟਾ ਜਿਹਦੇ ਵਿੱਚ ਗੰਨੇ ਪਾਏ ਜਾਂਦੇ ਨੇ ਤੇ ਗੰਨੇ ਦਾ ਰਸ ਨਿਕਲਦਾ ਹੈ। ਹਰ ਮੋੜ ਤੇ ਕੁल्हाड़ी ਕਿੰਨੀ ਚੰਗੀ ਲੱਗਦੀ? ਬਲਦਾਂ ਦੀ ਜੋੜੀ ਅੱਗੇ ਅੱਗੇ ਭੱਜਦੀ, ਬਲਦਾਂ ਨੂੰ ਚਾਚਾ ਚਾਵਾਂ ਨਾਲ ਹੱਕਦਾ, ਵੇਲਣੇ 'ਚ ਗੰਨੇ ਦਿੰਦਾ, ਤਾਇਆ ਨਾ ਥੱਕਦਾ, ਗੰਨਿਆਂ ਦੀ ਭਰੀ ਛੱਜਾ ਗਿਆ ਸੁੱਟ ਕੇ, ਗੰਨੇ ਘੜੇ ਕਾਮਿਆ ਕਮਾਦੋਂ ਕੱਟ ਕੇ। बेटा छज्जा इत्थे नाम है, गन्नियां दी भरी मतलब पंड। ठीक है, सो शुरू करते हैं। चलदी कुल्हाड़ी किहो जही लगती है? चलदी कुल्हाड़ी जिहड़ी हैगी है, आ देखो, हर मोड़ ते कुल्हाड़ी चंगी लगती है, पहली लाइन च। तो नैक्सट है अगे अगे की भजदा है? लो जी, बलदां दी जोड़ी अगे अगे भजदी। की भजदा है? बलदां दी जोड़ी। आंसर। बलदां नूं चावां नाल कौन हकदा है? लो जी, बलदां नूं चाचा चावां नाल हकदा। आंसर इज चाचा। आंसर इज चाचा। गन्नियां दी भरी कौन सुट के गया सी? आंसर इज छज्जा। ताया की करदा नहीं थक रहा? इधर देखो जी, बलदां नूं चाचा चावां नाल हकदा, वेलणे च गन्ने देंदा, ताया ना थकदा। आंसर इच वेलणे विच गन्ने दिंदा। सो इहदा आंसर जिहड़ा दिता होया मार्किंग स्कीम चो गलत दिता होया है। ठीक है, ਉਹਦੇ 'ਚ ਲਿਖਿਆ ਹੈ ਬਲਦਾਂ ਦੇ ਅੱਗੇ ਅੱਗੇ ਭੱਜਦਾ। ਸੋ ਇਹਦਾ ਆਂਸਰ ਰਾਈਟ ਹੈ, ਵੇਲਣੇ 'ਚ ਗੰਨੇ ਦਿੰਦਾ। ਸੋ ਨੈਕਸਟ ਕੁल्हाड़ी ਸ਼ਬਦ ਦਾ ਕੀ ਅਰਥ ਹੈ ਬੇਟਾ? ਗੰਨਾ ਪੀੜਨ ਤੇ ਅਤੇ ਗੁੜ ਤੇ ਸ਼ੱਕਰ ਬਣਾਉਣ ਦਾ ਇੱਕ ਜਿਹੜਾ ਕਿਸਮ ਦਾ ਯੰਤਰ ਹੈ, ਇੱਕ ਟੂਲ ਹੈ। ਠੀਕ ਹੈ, ਕੁल्हाड़ी ਜਿਹੜੀ ਹੈਗੀ ਆ, ਆਪਾਂ ਕਹਿੰਦੇ ਕੁल्हाड़ी ਲੱਗੀ ਹੋਈ ਹੈ। ਗੰਨੇ ਦੇ ਵਿੱਚੋਂ ਬੇਟਾ ਗੰਨੇ ਲਗਾਏ ਜਾਂਦੇ ਨੇ, ਉਸ ਮਸ਼ੀਨ ਦੇ ਵਿੱਚ ਜੂਸ ਨਿਕਲਦਾ, ਉਸ ਤੋਂ ਬਾਅਦ ਉਸ ਦਾ ਗੁੜ ਬਣਾਇਆ ਜਾਂਦਾ ਹੈ। ਸੋ ਨੈਕਸਟ ਸਮਾਸੀ ਸ਼ਬਦ, ਹੇਠ ਲਿਖਿਆਂ ਵਿੱਚੋਂ ਵਿਕਲਪਾਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਹੈ? ਸੋ ਆਂਸਰ ਇਜ਼ ਇੱਜ਼ਤਮਾਨ। ਬੇਟਾ ਬਾਕੀ ਦੇਖੋ ਹਾਈਫਨ ਨਹੀਂ ਲੱਗਿਆ ਹੋਇਆ, ਜੋੜ ਨਹੀਂ ਲੱਗੀ ਹੋਈ, ਸਿੰਗਲ ਵਰਡ ਨੇ। ਸਮਾਸੀ ਕਿਹੜੇ ਹੁੰਦੇ ਨੇ? ਜਿਹੜੇ ਜੁੜਦੇ ਨੇ, ਦੋ ਸ਼ਬਦ ਜੁੜਦੇ ਨੇ ਨਾ ਤਾਂ ਬਣਦਾ ਹੈ। ਬਾਕੀ ਦੇਖੋ ਸਾਰੇ ਤਿੰਨੋਂ ਹੀ ਇੱਕ ਇੱਕ ਸ਼ਬਦ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਸਾਰਥਕ ਤੇ ਨਿਰਾਰਥਕ ਹੈ? ਸਾਰਥਕ ਭਾਵ ਜਿਹਦਾ ਅਰਥ ਹੋਵੇ, ਨਿਰਾਰਥਕ ਭਾਵ ਜਿਹਦਾ ਅਰਥ ਨਹੀਂ ਹੈਗਾ। ਸੋ ਆਂਸਰ ਇਜ਼ ਇੱਟ ਤੇ ਖਿੜਕਾ। देखो निक्का मोटा, निक्का ते मोटा दोनों का आंसर है। पिट ते स्यापा दोनों का भी मतलब है। वेले का भी अर्थ है कवेले का, कवेले का मतलब होंदा लेट। सो आंसर इज इट खिड़का। हेठ लिखिया विचों किहड़ा समासी शब्द विरोधी है? ये चीज ध्यान नाल देखना, ये ना होवे कल्ला समासी शब्द पिक करके जल्दी जल्दी आंसर। देखो समासी शब्द विरोधी पुछया, सार्थक निरार्थक पुछया वा, रिपीटेड पुछया वा, दोहरावे पुछया, फारसी उर्दू वाले पुछे ने या वाकंश के आधार पर पुछे ने। सो विरोधी किहड़ा है? इहदे च सवेर ते शाम विरोधी है। चुगलखोर, चुगल अते खोर तो किहड़ा समासी शब्द बनिया है? चुगल अते खोर तो बनिया चुगलखोर। ठीक है, हेठ लिखिया विचों किहड़ा समासी शब्द नहीं है? रोटी पानी, रोटी टुक, रोटी पूरी, रोटी। सो आंसर इज रोटी पूरी। रोटी पानी भी आपां बोल दिंदे आ, रोटी टुक भी बोल दिंदे आ, रोजी रोटी भी बोल दिंदे आ। सो आंसर इज रोटी पूरी कदे नहीं बोलिया तुसीं, ना ही ये समासी शब्द हैगा। सो आंसर इज रोटी पूरी। हेठ लिखे विकल्पों विचों किहड़ा हुण आ गया बेटा बहुअर्थक के आधार के उत्ते? भार दा अर्थक नहीं है, वजन का अर्थ भी भार होंदा है। एहसान है ना, आपां कहने यार तू मैं ना पैसे दे के मेरे ते भार कर दिता, भाव एहसान, एक भार दबाव हो गया। सो आंसर इज ताकत। भार जिहड़ा ताकत अर्थ नहीं है। सो नैक्सट वंड शब्द का एक अर्थ है खलवड़े में, होर की हो सकता है? वंडना अते दान करना। आंसर इज वंडना अते दान करना। हेठ लिखे वाक विचलियां खाली थावां भरन लई बहुअर्थक शब्द सुनो। अज बड़ा डैश है पर ओह धुप विच ही बाण डैश रहे हैं। सो इहदे विच आएगा दिस वन, वट। अज बड़ा वट है भाव बहुत गर्मी है। वट मतलब जदों हवा ना लगदी होवे, है ना, पूरी गर्मी लगदी होवे, ओह बाण वट रहा है। ठीक है, बाण जिहड़ा है रस्सा है उसनूं वट रहा है। दोनों च इक्को ही आएगा। बहुअर्थक शब्द किहड़े हुंदे ने बेटा? बहुअर्थक शब्द ये हुंदे ने जिन्हां दा उच्चारण लगभग इक्को जिहा ही होवे पर उन्हां दे अर्थ वक्खो वक्खरे हुंदे ने। ठीक है, हेठ लिखियां विचों किहड़ा शब्द आखण लई वरतिया गया? आखणा मतलब लई, कहण लई, टू से समथिंग। बेटा इन्हां ने देखो की चलाकी कीती है इत्थे। इहदे विच खुरपा, कही, दातरी ते गंडासा चारे टूल लै लए इन्हां ने। बट जिहड़ा कही है ना, कही ये भी टूल है बट इहदा मतलब हुंदा आखणा, कहना। ठीक है, सो आंसर इज कही।
ਸੱਜੀ ਡੈਸ਼ ਹੋਣਾ, ਬੇਟਾ ਸੱਜੀ ਬਾਹ ਹੋਣਾ, ਇਹ ਭਰਾ ਦੇ ਲਈ ਵਰਤਿਆ ਜਾਂਦਾ ਹੈ। ਕੇਂਦਰ ਸੁਪਰਡੈਂਟ ਨੇ ਨਿਗਰਾਨ ਅਮਲੇ ਨੂੰ ਕਿਹਾ ਕਿ 10ਵੀਂ ਜਮਾਤ ਦੇ ਪ੍ਰਸ਼ਨ ਪੱਤਰ ਆ ਗਏ ਨੇ, ਕਿਸੇ ਨੂੰ ਇਸ ਦੀ ਡੈਸ਼ ਕੰਨੋ ਕੰਨੀ ਖਬਰ ਨਾ ਹੋਵੇ, ਭਾਵ ਕਿਸੇ ਨੂੰ ਪਤਾ ਨਾ ਲੱਗੇ। ਬੇਫਿਕਰ ਹੋ ਕੇ ਸੌਣ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ? ਘੋੜੇ ਵੇਚ ਕੇ ਸੋਣਾ। ਤੁਹਾਨੂੰ ਪਹਿਲਾਂ ਮੁਹਾਵਰੇ ਵਾਲੇ ਦੇ ਵਿੱਚ ਚੰਗੇ ਤਰੀਕੇ ਨਾਲ ਸਮਝਾ ਚੁੱਕਿਆ, ਠੀਕ ਹੈ, ਘੋੜੇ ਵੇਚ ਕੇ ਸੋਣਾ। ਨੈਕਸਟ ਆ ਗਏ ਬੇਟਾ ਪਾਠ ਪੁਸਤਕ ਦੇ ਉੱਤੇ ਆਧਾਰਿਤ ਕਵਿਤਾ ਵਿੱਚੋਂ ਕਿਹੜੇ ਪ੍ਰਸ਼ਨ ਪੁੱਛੇ ਨੇ, ਧਿਆਨ ਦੇਣਾ। ਸੋ ਕਿਉ ਮੰਦਾ ਆਖੀਏ ਕਿਸ ਦੀ ਰਚਨਾ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਸੋ ਕਿਉ ਮੰਦਾ ਆਖੀਏ ਬਾਣੀ ਵਿੱਚ ਗੁਰੂ ਸਾਹਿਬ ਨੇ ਇਸਤਰੀ ਤੋਂ ਬਿਨਾਂ ਕੇਵਲ ਕਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ? ਪਰਮਾਤਮਾ ਦੀ। ਕਿ ਪਰਮਾਤਮਾ ਜਿਹੜਾ ਹੈਗਾ ਉਹਦਾ ਜਨਮ ਨਹੀਂ ਹੁੰਦਾ, ਉਹਦਾ ਇਸਤਰੀ ਦੀ ਕੁੱਖ ਤੋਂ ਜਨਮ ਨਹੀਂ ਹੁੰਦਾ, ਸਿਰਫ ਤੇ ਸਿਰਫ ਪਰਮਾਤਮਾ ਹੀ ਨੇ ਜਿਹੜੇ ਇਸਤਰੀ ਦੀ ਕੁੱਖੋਂ ਜਨਮ ਨਹੀਂ ਲੈਂਦੇ। ਨੈਕਸਟ, ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜੀ ਰਚਨਾ ਗੁਰੂ ਅਮਰਦਾਸ ਜੀ ਦੀ ਹੈ? ਸੋ ਆਨਸਰ ਇਜ਼ ਕਿਰਪਾ ਕਰਕੇ ਬਖਸ਼ ਲਿਓ। ਸੋ ਕਿਉ ਮੰਦਾ ਆਖੀ ਕਿਹਦੀ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਗੁਰੂ ਅਮਰਦਾਸ ਜੀ ਦੀ ਕਿਹੜੀ ਹੈ? ਕਿਰਪਾ ਕਰਕੇ ਬਖਸ਼ ਲਿਓ। ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ, ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵਡਗਣਹਾਰ। ਕਿਰਪਾ ਕਰਕੇ ਬਖਸ਼ ਲਿਓ ਬਾਣੀ ਵਿੱਚ ਖੱਤੇ ਸ਼ਬਦ ਦਾ ਕੀ ਅਰਥ ਹੈ? ਖੱਤ, ਭੁੱਲ, ਕਮਾਈ ਜਾਂ ਲੇਖਾ। ਸੋ ਆਨਸਰ ਇਜ਼ ਭੁੱਲ, ਪਾਪ, ਠੀਕ ਹੈ, ਭੁੱਲ ਹੋ ਗਏ, ਪਾਪ ਹੋ ਗਏ, ਗਲਤੀਆਂ ਹੋ ਗਈਆਂ। ਸੋ ਆਨਸਰ ਇਜ਼ ਭੁੱਲ। ਸ਼੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਕਿਹਨਾਂ ਦੇ ਮੁਖੜੇ ਉਜਲੇ ਹੁੰਦੇ ਨੇ? ਬੇਟੇ ਜਿਹੜੇ ਬੰਦੇ ਪ੍ਰਭੂ ਦੀ ਸਿਫਤ ਕਰਦੇ ਨੇ, ਪ੍ਰਭੂ ਦਾ ਗੁਣਗਾਨ ਕਰਦੇ ਨੇ, ਉਹਨਾਂ ਦਾ ਜਿਹੜਾ ਹੈਗਾ ਮੁੱਖ ਉਜਲ ਹੁੰਦਾ ਹੈ। ਵਾਰਤਕ ਵਿੱਚੋਂ ਜਿਹੜੇ ਪ੍ਰਸ਼ਨ ਨੇ, ਘਰ ਦਾ ਪਿਆਰ ਅਤੇ ਬੋਲੀ ਦੇ ਵਿੱਚੋਂ ਸਾਰਿਆਂ ਦੀ ਵੀਡੀਓਜ਼ ਬੇਟਾ ਮੈਂ ਅਪਲੋਡ ਕੀਤੀ ਹੋਈ ਹੈ, ਠੀਕ ਹੈ, ਇਸੇ ਚੈਨਲ ਦੇ ਉੱਤੇ ਘਰ ਦਾ ਪਿਆਰ ਅਤੇ ਬੋਲੀ ਦੀ ਧਿਆਨ ਦੇ ਨਾਲ ਦੇਖ ਲੈਣਾ, ਸਰਚ ਕਰ ਲੈਣਾ। ਘਰ ਦਾ ਪਿਆਰ ਲੇਖ ਕਿਸ ਦਾ ਲਿਖਿਆ ਹੋਇਆ ਹੈ? ਪ੍ਰਿੰਸੀਪਲ ਤੇਜਾ ਸਿੰਘ ਦਾ। ਘਰ ਦਾ ਪਿਆਰ ਲੇਖ ਅਨੁਸਾਰ ਮੁੰਡਿਆਂ ਅਤੇ ਵਿਦਿਆਰਥੀਆਂ ਅੰਦਰ ਗੈਰ ਜ਼ਿੰਮੇਵਾਰ ਵਤੀਰਾ ਕਦੋਂ ਪੈਦਾ ਹੁੰਦਾ ਹੈ? ਬੇਟਾ ਲੈਸਨ ਦੇ ਅਕੋਰਡਿੰਗਲੀ ਬੋਰਡਿੰਗ ਦੇ ਵਿੱਚ ਰਹਿਣ ਕਰਕੇ, ਹੋਸਟਲਾਂ ਵਿੱਚ ਰਹਿਣ ਕਰਕੇ ਘਰ ਦਾ ਪਿਆਰ ਨਹੀਂ ਮਿਲਦਾ, ਜਿਸ ਕਰਕੇ ਉਹ ਗੈਰ ਜ਼ਿੰਮੇਵਾਰ ਹੋ ਜਾਂਦੇ ਨੇ। ਕਿਹੜਾ ਫਿਲਾਸਫਰ ਜਿਹੜਾ ਸੀਗਾ ਪਤਨੀ ਨਾਲ ਖਿੱਚ ਕੇ ਗੱਲਾਂ ਕਰਦਾ ਸੀ? ਆਨਸਰ ਇਜ਼ ਕਾਰਲਾਈਲ। ਬੋਲੀ ਦਾ ਖਜ਼ਾਨਾ ਕਿਸ ਦੇ ਚੌਗਿਰਦੇ ਦੇ ਵਿੱਚੋਂ ਜੁੜਨਾ ਸ਼ੁਰੂ ਹੋ ਜਾਂਦਾ ਹੈ? ਬੇਟਾ ਬਚਪਨ ਦੇ ਚੌਗਿਰਦਾ ਆਲਾ ਦੁਆਲਾ ਜਿਹੜਾ ਹੈਗਾ ਤੁਹਾਡੀ ਬੋਲੀ ਦਾ ਖਜ਼ਾਨਾ ਉੱਥੋਂ ਹੀ ਹੁੰਦਾ ਹੈ। ਸਭ ਤੋਂ ਜ਼ਿਆਦਾ ਬੋਲੀ ਔਰ ਸ਼ਬਦ ਜਿਹੜਾ ਸਿੱਖਦਾ ਬੰਦਾ ਬਚਪਨ 'ਚ ਹੀ ਸਿੱਖਦਾ। ਬੋਲੀ ਲੇਖ ਅਨੁਸਾਰ ਸਾਡੀ ਦੌਲਤ ਕੀ ਹੈ? ਬੋਲੀ ਲੇਖ ਦੇ ਅਨੁਸਾਰ ਸਾਡੀ ਦੌਲਤ ਸਿੱਕੇ, ਨੋਟ, ਸੋਨਾ। ਸੋ ਆਨਸਰ ਇਜ਼ ਔਡ ਵਨ, ਤਜਰਬਾ। ਵੇਖਣਾ, ਖੇਡਣਾ, ਮਿਲਣਾ, ਪਿਆਰਨਾ, ਕੁਝ ਜੋੜਨਾ, ਕੁਝ ਤੋੜਨਾ ਆਦਿ ਅਸਲੀ ਤਜਰਬੇ ਸਾਡੀ ਸ਼ਖਸੀਅਤ ਨੂੰ ਕੀ ਬਣਾਉਂਦੇ ਨੇ? ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਨੇ, ਰਿਚ ਬਣਾਉਂਦੇ ਨੇ। ਭਾਵ ਪੈਸੇ ਨਹੀਂ ਮਿਲ ਜਾਂਦੇ, ਸਾਡੀ ਪਰਸਨੈਲਿਟੀ ਰਿਚ ਹੋ ਜਾਂਦੀ ਹੈ, ਅੱਛੀ ਹੋ ਜਾਂਦੀ ਹੈ। ਕੁਲਫੀ ਕਹਾਣੀ, ਸਾਰਿਆਂ ਦੀ ਇਹਨਾਂ ਦੀ ਵੀਡੀਓਜ਼ ਵੀ ਅਪਲੋਡ ਕੀਤੀਆਂ ਹੋਈਆਂ, ਦੇਖ ਸਕਦੇ ਹੋ। ਕੁਲਫੀ ਕਹਾਣੀ ਦੇ ਰਚਨਕਾਰ ਕੌਣ ਨੇ? ਕੁਲਫੀ ਕਹਾਣੀ ਦੇ ਰਚਨਕਾਰ ਨੇ ਸੁਜਾਨ ਸਿੰਘ। ਲੇਖਕ ਵੱਲੋਂ ਆਪਣੇ ਦੋਸਤ ਤੋਂ ਮੰਗ ਕੇ ਲਿਆਂਦੇ ਰੁਪਏ ਕਿਸ ਨੇ ਲੈ ਲਏ ਸੀ? ਉਸਦੀ ਪਤਨੀ ਨੇ। 3 ਰੁਪਏ ਲਿਆਂਦੇ ਸੀ ਬਟ ਉਸਦੀ ਪਤਨੀ ਨੇ ਲੈ ਲਏ ਸੀ ਘਰ ਦੇ ਖਰਚ ਵਾਸਤੇ। ਕੁਲਫੀ ਕਹਾਣੀ ਵਿੱਚ ਕਾਕੇ ਨੇ ਮੁਰਮਰੇ ਲਈ ਲੇਖਕ ਤੋਂ ਕਿੰਨੇ ਪੈਸੇ ਲਏ, ਮੰਗ ਕੀਤੀ ਸੀ, ਡਿਮਾਂਡ ਕੀਤੀ ਸੀ? ਸੋ ਆਨਸਰ ਇਜ਼ 1 ਟਕਾ। ਪੈਸੇ ਦੀ ਤੰਗੀ ਡੈਸ਼ ਤੋਂ ਭੈੜੀ ਹੁੰਦੀ ਹੈ? ਆਨਸਰ ਇਜ਼ ਹਵਾਲਾਤ। ਹਵਾਲਾਤ ਤੋਂ ਵੀ ਭੈੜੀ ਹੁੰਦੀ ਹੈ, ਖਾਣੇ ਤੋਂ ਹਵਾਲਾਤ ਦੇ ਵਿੱਚ ਰਹਿਣਾ ਉਸ ਤੋਂ ਵੀ ਭੈੜੀ ਹੁੰਦੀ ਹੈ। ਕਿ ਪੈਸੇ ਦੀ ਤੰਗੀ ਜਿਹੜੀ ਹੁੰਦੀ ਹੈ ਬੰਦੇ ਦਾ ਹਵਾਲਾਤ ਦੇ ਵਿੱਚ ਰਹਿਣ ਤੋਂ ਵੀ ਭੈੜਾ ਹੁੰਦੀ ਹੈ। ਹੁਣ ਜਫਰਨਾਮਾ ਦੇ ਅਕੋਰਡਿੰਗਲੀ ਇਹਦੀ ਵੀ ਬੇਟਾ ਵੀਡੀਓ ਅਪਲੋਡ ਕੀਤੀ ਹੋਈ ਹੈ। ਜਫਰਨਾਮਾ ਇਕਾਂਗੀ ਕਿਹਨੇ ਲਿਖੀ ਹੋਈ ਹੈ? ਡਾਕਟਰ ਹਰਚਰਨ ਸਿੰਘ ਨੇ। ਕਿਹਨੇ? ਹਰਚਰਨ ਸਿੰਘ, ਡਾਕਟਰ ਹਰਚਰਨ ਸਿੰਘ। ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਕਿਸ ਥਾਂ ਮਿਲਣਾ ਚਾਹੁੰਦੇ ਸਨ? ਸੋ ਦੈਟ ਇਜ਼ ਆਨਸਰ ਇਜ਼ ਦੀਨਾ ਕਾਂਗੜ। ਜਫਰਨਾਮਾ ਇਕਾਂਗੀ ਦੀ ਘਟਨਾ ਕਦੋਂ ਵਾਪਰੀ? ਬੇਟਾ 1706 ਈਸਵੀ ਦੇ ਵਿੱਚ ਘਟਨਾ ਵਾਪਰੀ ਸੀ। ਜੇਕਰ ਤੁਹਾਨੂੰ ਕੋਈ ਪੁੱਛੇ ਕਿ ਜਫਰਨਾਮਾ ਖਤ ਜਿਹੜਾ ਸੀ ਉਹ ਕਦੋਂ ਲਿਖਿਆ ਸੀ? ਉਹ ਲਿਖਿਆ ਸੀ 1705 ਈਸਵੀ ਵਿੱਚ। ਸੋ ਜਫਰਨਾਮਾ ਇਕਾਂਗੀ ਲਿਖੀ ਹੈ ਡਾਕਟਰ ਹਰਚਰਨ ਸਿੰਘ ਜੀ ਨੇ। ਸੋ ਜਫਰਨਾਮਾ ਇਕਾਂਗੀ ਦੀ ਘਟਨਾ ਵਾਪਰੀ 1706 ਈਸਵੀ ਦੀ। ਔਰੰਗਜ਼ੇਬ ਨੂੰ ਜਫਰਨਾਮਾ ਕਿਸ ਦੁਆਰਾ ਲਿਖਿਆ ਗਿਆ ਸੀ? ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੁਆਰਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਫਰਨਾਮਾ ਖਤ ਜਿਹੜਾ ਸੀ ਉਹ ਔਰੰਗਜ਼ੇਬ ਨੂੰ ਲਿਖਿਆ ਗਿਆ। ਜਫਰਨਾਮਾ ਖਤ ਦੇ ਵਿੱਚ ਸ਼ੁਰੂ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਕੀਤੀ ਗਈ ਹੈ, ਵਡਿਆਈ ਕੀਤੀ ਗਈ। ਉਸ ਤੋਂ ਬਾਅਦ ਔਰੰਗਜ਼ੇਬ ਜਿਹੜਾ ਹੈਗਾ ਉਸ ਨੂੰ ਫਿਟਕਾਰ ਦਿੱਤੀ ਗਈ ਹੈ। ਸੋ ਵਿਦਿਆਰਥੀਓ, ਇਹ ਸੀ ਤੁਹਾਡਾ ਸੈਂਪਲ ਪੇਪਰ ਜਿਹੜਾ ਕਿ CBSE ਦੁਆਰਾ ਦਿੱਤਾ ਗਿਆ ਹੈ। ਕੋਈ ਵੀ ਇਸ ਦੇ ਰਿਗਾਰਡਿੰਗ ਕੁਐਸਚਨ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਣਾ।
चैनल ਨੂੰ बेटा सबसक्राइब नहीं किया था सबसक्राइब करो। मिलते हैं नवी वीडियो च, तब तक गॉड ब्लैस, खुश रहो, छोटिਆਂ ਨੂੰ प्यार, मदर फादर की रिस्पैक्ट और बजुर्गों के कोल 5 मिनट जरूर बैठे। गॉड ब्लैस, खुश रहो, टेक केयर।